जब उन्होंने सरकारी दायरा कोई खरीददार ही नहीं है तो MSP का मतलब की है? MSP खत्म होगी। मैं ਤਾਂ ਜ਼ਿਮੀਂਦਾਰਾਂ ਨੂੰ ਇੰਨੀ ਬੇਨਤੀ ਕਰਦਾ ਵੀ ਇੰਨੇ ਵੀ ਤੁਸੀਂ ਮਿੱਠੇ ਨਾ ਬਣ ਜਾਓ ਜਿਹੜੀਆਂ ਤੁਹਾਨੂੰ ਮੱਖੀਆਂ ਚਿੰਬੜ ਕੇ ਗੁੜ ਮੰਗਣਾ ਖਾ ਜਵੇਂ। ਤੇ ਹੁਣ ਜਿਹੜੀ ਮੋਦੀ ਸਰਕਾਰ BJP ਆ ਉਦੋਂ ਵੀ ਰਾਜਨੀਤੀ ਹੈ। ਫਿਰ ਕੀ ਕਿਸਾਨ ਨਾ ਸਮਝੇ, ਉਹਨਾਂ ਨੂੰ ਪਤਾ ਨਹੀਂ ਲੱਗਦਾ 40-41 ਸਾਲ ਤੋਂ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਲਗਾਤਾਰ ਬਾਰ-ਬਾਰ ਜਿਹੜਾ ਹੈਗਾ ਉਹੀ ਪਾਰਟੀਆਂ ਨੂੰ ਲਿਆਂਦਾ ਜਾ ਰਿਹਾ। ਕੋਈ ਮੁੱਲ ਨਹੀਂ ਮਿਲਿਆ, ਮੋਦੀ ਨੇ ਤਾਂ ਬੇੜੀ ਗਰਕ ਕਰਤੀ, ਬੇੜੀ ਗਰਕ। ਅਸੀਂ ਤਾਂ ਮੋਦੀ ਦੇ ਜੁੱਤੀਆਂ ਮਾਰਦੇ ਹਾਂ ਵੀ ਸਾਡੀ ਬੇੜੀ ਗਰਕ ਕਰਤੀ ਮੋਦੀ, ਤੇਰੇ ਕੀੜੇ ਪੈਣ, ਤੂੰ 40 ਰੇੜੀ ਭਰਾਵੇ ਮੁੜ ਕੇ। ਕੀ ਲੱਗਦਾ ਹੁਣ ਸਮਾਂ ਲੰਘ ਚੁੱਕਿਆ, ਹੁਣ ਕਹਿੰਦੇ ਕਿ ਸੱਪ ਲੰਘ ਗਿਆ ਤੇ ਲਕੀਰ ਕੁੱਟਣੇ ਵਾਲਾ ਕੰਮ ਹੋ ਰਿਹਾ, ਉਹ ਪੇਸ਼ ਹੋ ਗਏ ਬਿੱਲ। ਦੇਖੋ ਅਸੀਂ ਤਾਂ ਪਹਿਲਾਂ ਤੇ ਹੀ ਸੱਪ ਦੇ ਡੰਡੇ ਮਾਰਦੇ ਆ, ਅਸੀਂ ਲਕੀਰ ਨਹੀਂ ਕੁੱਟਦੇ ਹੈਗੇ। ਉਹ ਪ੍ਰਾਈਵੇਟ ਨਾ ਵੇਚੋ, ਚਾਹੇ ਤੁਹਾਨੂੰ 100-200 ਰੁਪਏ ਵੱਧ ਵੀ ਦਿੰਦਾ ਕੋਈ, ਬਿਲਕੁਲ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮੰਡੀ ਵਿੱਚ ਵੇਚੋ। ਮੈਂ ਤਾਂ ਜ਼ਿਮੀਂਦਾਰਾਂ ਨੂੰ ਇੱਕ ਬੇਨਤੀ ਕਰਦਾ ਹਾਂ ਵੀ ਜਿੱਕਣਾ ਸੱਪਾਂ ਦੀ ਸਿਰੀ ਮਿੰਧਦੇ ਆ ਨਾ ਰਾਤਾਂ ਨੂੰ, ਤੁਸੀਂ ਪੈਰਾਂ ਥੱਲੇ ਦੇ ਕੇ ਇੱਕਣੀ ਮੋਦੀ ਦੀ ਸਿਰੀ ਵੀ ਮਿੰਧ ਦਿਓ ਆਉਣ ਵਾਲੇ ਟਾਈਮ ਵਿੱਚ। ਦੇਖੋ ਜੀ, ਮੈਂ ਜਿਹੜਾ ਵੀ ਕਿਸਾਨਾਂ ਦੇ ਐਂਟੀ ਹੋਊਗਾ, ਪੰਜਾਬ ਦੇ ਐਂਟੀ, ਅਸੀਂ ਉਹਦੇ ਖਿਲਾਫ ਹੋਗਾ, ਜਿਹੜਾ ਮਰਜ਼ੀ ਬੰਦਾ ਹੋਵੇ ਜਿਹਦਾ ਵੀ ਤੁਸੀਂ ਨਾਂ ਲਿਆ। ਕੇਂਦਰ ਦੀ BJP ਸਰਕਾਰ ਵੱਲੋਂ ਖੇਤੀ ਸੋਧ ਬਿੱਲ ਲਿਆਂਦੇ ਜਾ ਰਹੇ ਨੇ, ਜਿਸ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਧਰਨੇ ਵੀ ਚੱਲ ਰਹੇ ਨੇ ਪੰਜਾਬ ਦੇ ਵਿੱਚ। ਕਾਂਗਰਸ ਵੱਲੋਂ ਵੀ ਅੱਜ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ ਦਿੱਲੀ ਤੱਕ। ਅਸਤੀਫੇ ਵੀ ਦਿੱਤੇ ਜਾ ਰਹੇ ਆ ਕਈ ਲੀਡਰਾਂ ਵੱਲੋਂ, ਤੇ ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਸਿਆਸੀ ਪਾਰਟੀਆਂ ਪਹਿਲਾਂ ਦਿੱਲੀ ਸਰਕਾਰ ਦੇ ਹੱਕ ਵਿੱਚ ਭੁਗਤਦੀਆਂ ਰਹੀਆਂ ਤੇ ਹੁਣ ਜਦੋਂ ਕਿਸਾਨਾਂ ਦੇ ਵਿੱਚ ਰੋਸ ਦੇਖ ਕੇ ਤੇ ਹੁਣ ਰਿਊ ਟਰਨ ਲੈ ਰਹੀਆਂ ਨੇ ਕਿ ਦੋਗਲੀ ਨੀਤੀ ਖੇਡੀ ਜਾ ਰਹੀ ਹੈ। ਗੱਲ ਕਰਦੇ ਕਿਸਾਨ ਯੂਨੀਅਨ ਦੇ ਇੱਥੇ ਨੁਮਾਇੰਦੇ ਖੜੇ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਅਮਰਿੰਦਰ ਸਿੰਘ ਮਾਲਾ। ਖੇਤੀ ਜਿਹੜਾ ਹੈਗਾ ਸੋਧ ਬਿੱਲ ਲਿਆਂਦਾ ਜਾ ਰਿਹਾ, ਇਹਦੇ ਵਿੱਚ ਕੀ ਕਮੀਆਂ ਜਿਹਨੂੰ ਲੈ ਕੇ ਵਿਰੋਧ ਹੋ ਰਿਹਾ ਹੈ? ਇਹ ਜਿਹੜਾ ਬਿੱਲ ਹੈ ਇਹ ਸਾਰਾ ਹੀ ਕਿਸਾਨ ਦੇ ਘਾਤਕ ਹੈ, ਪ੍ਰਤੀ ਘਾਤਕ ਹੈ, ਕਿਉਂਕਿ ਜਿਹੜਾ ਹੈ ਇਸ ਦੇ ਵਿੱਚ ਸਾਡੀ ਜਿਹੜੀ MSP ਹੈ ਉਹਨੂੰ ਇਹ ਖਤਮ ਕਰਨ ਜਾ ਰਹੇ ਨੇ। ਸਾਡੀ ਜਿਹੜੀ ਕਿਸਾਨਾਂ ਦੀ ਮੰਗ ਸੀ, ਪਿਛਲੇ ਕਿਸਾਨ ਯੂਨੀਅਨਾਂ ਦੀ ਮੰਗ ਕਾਫੀ ਚਿਰ ਤੋਂ ਆ ਰਹੀ ਸੀ ਕਿ ਸਾਡੇ ਜਿਹੜੇ ਖੇਤੀ ਦੇ ਜਿੰਨੇ ਵੀ ਸਾਡੇ ਰੇਟ ਨੇ ਉਹ ਸੂਚਕ ਅੰਕ ਨਾਲ ਜੋੜੇ ਜਾਣ। ਮੈਂ ਤੁਹਾਡੀ ਗੱਲ ਕੱਟਾਂਗਾ, ਮੈਂ ਹੁਣੇ ਲਾਈਵ ਦੇਖ ਰਿਹਾ ਸੀਗਾ TV ਤੇ, ਖੇਤੀ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਉਹ ਕਹਿੰਦੇ MSP ਖਤਮ ਨਹੀਂ ਕਰ ਰਹੇ ਸੀ, ਲਗਾਤਾਰ ਦੇ ਰਹੇ ਆ। ਜਦੋਂ ਉਹ ਕਹਿ ਰਹੇ ਨੇ ਖੇਤੀ ਖਤਮ ਨਹੀਂ ਕਰ ਰਹੇ ਤਾਂ ਜਿਹੜਾ ਪ੍ਰਾਈਵੇਟ ਪਲੇਅਰ ਆ ਉਹਨੂੰ ਇਹਨਾਂ ਨੇ ਖੁੱਲ੍ਹ ਦਿੱਤੀ ਹੈਗੀ ਆ ਕਿ ਤੂੰ ਮੰਡੀ ਤੋਂ ਬਾਹਰ ਜਾ ਕੇ ਜਿੱਥੋਂ ਮਰਜ਼ੀ ਖਰੀਦ ਲਾ। ਉਹ ਜ਼ਿਮੀਂਦਾਰਾਂ ਨੂੰ ਭਰਮਾ ਕੇ 100 ਰੁਪਇਆ 50 ਰੁਪਏ ਵੱਧ ਦੇ ਕੇ ਮੰਡੀ ਤੋਂ ਬਾਹਰ ਖਰੀਦੂਗਾ, ਤਾਂ ਜਦੋਂ ਮੰਡੀ ਦੇ ਵਿੱਚ ਫਸਲ ਆਊਗੀ ਨਹੀਂ ਤਾਂ ਉਹ MSP ਦਾ ਮਤਲਬ ਹੀ ਕੀ ਹੈ? ਹੌਲੀ ਹੌਲੀ ਜਿਹੜਾ ਇਹ ਅਰਥਚਾਰਾ ਹੈ ਮੰਡੀਕਰਨ ਬੋਰਡ ਦਾ ਜਾਂ ਆੜਤੀ ਸਾਹਿਬਾਨ ਦਾ ਜਾਂ ਪੱਲੇਦਾਰ ਯੂਨੀਅਨ ਦਾ ਜਾਂ ਸਾਡਾ ਕਿਸਾਨਾਂ ਦਾ, ਉਹ ਹੌਲੀ ਹੌਲੀ ਅਰਥਚਾਰਾ ਖਤਮ ਹੋ ਜਾਊਗਾ ਤੇ MSP ਦਾ ਮਤਲਬ ਹੀ ਨਹੀਂ ਰਹਿਣਾ ਹੈ। ਨਹੀਂ, ਉਹ ਕਹਿੰਦੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨਾਂ ਦੇ ਮੰਤਰੀ ਕਹਿੰਦੇ ਦੋਨੋਂ ਆਪਸ਼ਨਾਂ ਰੱਖੀਆਂ ਹੋਈਆਂ ਅਸੀਂ ਖਤਮ ਨਹੀਂ ਕਰ ਰਹੇ ਮੰਡੀਕਰਨ। ਫਿਰ ਕਿਉਂ ਵਿਰੋਧ ਹੋ ਰਿਹਾ? ਉਹ ਕਹਿੰਦੇ ਅਸੀਂ ਦੋਨੋਂ ਆਪਸ਼ਨਾਂ ਦਿੱਤੀਆਂ ਹੋਈਆਂ ਕਿਸਾਨਾਂ ਨੂੰ, ਜੇ ਮੰਡੀਕਰਨ ਵੀ ਚੱਲੇਗਾ, ਜਿਹੜਾ ਉਹ ਦੂਜੀ ਆਪਸ਼ਨ ਅਪਣਾਉਣਾ ਚਾਹੁੰਦਾ ਉਹ ਅਪਣਾ ਸਕਦਾ। ਉਹ ਅੱਜ ਦੀ ਘੜੀ ਤੁਹਾਨੂੰ ਮੈਂ ਅੱਜ ਦਾ ਪ੍ਰੈਜ਼ੈਂਟ ਦੱਸ ਰਿਹਾ। ਮੰਡੀਆਂ ਦੇ ਵਿੱਚ ਜਿਹੜੀ ਮੱਕੀ ਆ ਉਹਦਾ 1850 ਰੁਪਏ ਰੇਟ ਜਿਹੜਾ MSP ਆ ਰਿਹਾ ਹੈ, ਜਿਹੜਾ ਕੇਂਦਰ ਸਰਕਾਰ ਨੇ MSP ਬੰਨਿਆ 1850 ਰੁਪਏ ਆ, ਪਰ ਮੱਕੀ ਤਾਂ 600 ਰੁਪਏ ਤੋਂ ਲੈ ਕੇ 1000 ਰੁਪਏ ਵਿਕ ਰਹੀ ਆ। ਅੱਜ ਉਹਨਾਂ ਦੀ MSP ਕਿੱਥੇ ਆ? ਜਦ ਉਹਨਾਂ ਦਾ ਸਰਕਾਰੀ ਦਾਇਰਾ ਕੋਈ ਖਰੀਦਦਾਰ ਹੀ ਨਹੀਂ ਹੈ ਤਾਂ MSP ਦਾ ਮਤਲਬ ਕੀ ਹੈ? MSP ਖਤਮ ਹੋ ਗਈ। ਤੁਸੀਂ ਪੰਜਾਬ ਦੇ ਵਿੱਚ ਲਗਾਤਾਰ ਹੈਗੇ ਆ, ਕਿਸਾਨ ਯੂਨੀਅਨ ਦੇ ਵਿੱਚ ਵਿਚਰ ਰਹੇ ਹੋ। ਅਸਤੀਫਾ ਦਿੱਤਾ ਗਿਆ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਤੇ ਕਾਂਗਰਸੀ ਵਿਧਾਇਕ ਵੱਲੋਂ ਵੀ ਫਤਿਹਗੜ੍ਹ ਤੋਂ ਅਸਤੀਫਾ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ? ਅਸਤੀਫੇ ਜਿਹੜੇ ਹੈਗੇ ਵਾਕਈ ਕਿਸਾਨਾਂ ਦੇ ਨਾਲ ਖੜਨ ਲਈ ਹੈ ਜਾਂ ਰਾਜਨੀਤੀ ਕੀਤੀ ਜਾ ਰਹੀ ਹੈ? ਜਦੋਂ ਕਿਸਾਨ ਯੂਨੀਅਨ 30 ਜਥੇਬੰਦੀਆਂ ਇਕੱਠੀਆਂ ਹੋ ਕੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜਾ ਬੰਦਾ ਰਾਜ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਇਸ ਬਿੱਲ ਦੇ ਪ੍ਰਤੀ ਆਪਣਾ ਜਿਹੜਾ ਹੈਗਾ ਵੋਟ ਪਾਊਗਾ, ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਜਿਹਦੇ ਹੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਸਾਡੀਆਂ ਗੈਰ ਸਰਕਾਰਾਂ ਨੇ ਉਹਨਾਂ ਨੇ ਯੂ ਟਰਨ ਲੈ ਲਿਆ। ਨਹੀਂ, ਹੁਣ ਯੂ ਟਰਨ ਲੈਣ ਦਾ ਮਤਲਬ, ਕਿਉਂਕਿ ਉਹ ਤਾਂ ਬਿੱਲ ਤਾਂ ਪਾਸ ਕਰ ਚੁੱਕੇ, ਪਹਿਲਾਂ ਸਹਿਮਤੀਆਂ ਦਿੱਤੀਆਂ ਜਾ ਚੁੱਕੀਆਂ। ਬਿਲਕੁਲ ਦਿੱਤੀਆਂ। ਇਹਨਾਂ ਨੇ ਉਦੋਂ ਕਿਉਂ ਨਹੀਂ ਬੋਲੇ? ਉਦੋਂ ਇਹਨਾਂ ਨੇ ਸਾਨੂੰ ਕਿਸਾਨਾਂ ਨੂੰ ਕਿਉਂ ਨਹੀਂ ਆ ਕੇ ਕਿਹਾ ਹੈਗਾ ਵੀ ਇਹ ਸਾਡੇ ਵਿਰੋਧ ਵਿੱਚ ਆ? ਜਾਂ ਉਦੋਂ ਇਹਨਾਂ ਨੇ ਅਸਤੀਫੇ ਕਿਉਂ ਨਹੀਂ ਦਿੱਤੇ? ਅੱਜ ਅਸਤੀਫੇ ਕਿਉਂ ਦੇ ਰਹੇ ਆ? ਸਿਰਫ ਇਹ ਪੰਜਾਬ ਦੀ ਜਨਤਾ ਦੇ ਅੱਖ ਨੂੰ ਦੇਖ ਕੇ ਹੀ ਅਸਤੀਫੇ ਦਿੱਤੇ ਜਾ ਰਹੇ ਨੇ, ਅਦਰਵਾਈਜ਼ ਇਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਨਹੀਂ ਸੀ।
ਕਿਸਾਨਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਅਸਤੀਫਾ ਸਿਰਫ ਮੰਤਰੀ ਪਦ ਤੋਂ ਦਿੱਤਾ, ਗੱਠਜੋੜ ਹਲੇ ਤੱਕ MP ਵੀ ਬਣੇ ਹੋਏ ਆ, ਗੱਠਜੋੜ ਵੀ ਹਲੇ ਤੱਕ ਜਿਹੜਾ ਸ਼ਾਮਲ ਆ, ਤੇ ਸੁਖਬੀਰ ਬਾਦਲ ਵੀ ਜਿਹੜਾ ਹੈਗਾ ਲਗਾਤਾਰ ਉਹਨਾਂ ਦੇ ਵੱਲੋਂ ਕੋਈ ਅਸਤੀਫਾ ਨਹੀਂ ਆਇਆ। ਬਿਲਕੁਲ ਸਹੀ ਹੈ। ਇਹਨਾਂ ਨੂੰ ਸਿਰਫ ਇਹ ਆਪਣਾ ਪੱਲਾ ਬਚਾਉਣ ਦੇ ਮਾਰੇ ਹੀ ਇੱਕ ਅਸਤੀਫਾ ਦੇ ਕੇ ਬੈਠ ਗਏ ਆ। ਗੱਠਜੋੜ ਇਹਨਾਂ ਦਾ ਜਾਰੀ ਆ। ਤੇ ਅਗਲਾ ਕੀ ਰੁਖ ਰਹੇਗਾ ਕਿਸਾਨੀ ਯੂਨੀਅਨ ਦਾ? ਸਾਡੀ ਜਿਹੜੀ ਹੈ ਸਾਰੀਆਂ ਯੂਨੀਅਨਾਂ, ਇੱਕ ਯੂਨੀਅਨ ਦੀ ਗੱਲ ਨਹੀਂ ਕਰ ਰਿਹਾ ਮੈਂ, ਕਿਉਂਕਿ ਸਾਰੀਆਂ ਇਕੱਠੀਆਂ ਯੂਨੀਅਨਾਂ ਕਿੰਨੀਆਂ ਇਕੱਠੀਆਂ ਤੁਹਾਡੀਆਂ? ਸਾਰੀਆਂ ਦਾ ਨਾਂ ਭਾਰਤੀ ਕਿਸਾਨ ਯੂਨੀਅਨ ਨਹੀਂ ਹੈ। ਜਿੰਨੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਨਾਂ ਪਿੱਛੋਂ ਖਤਮ ਕਰਕੇ ਸਿਰਫ ਇੱਕੋ ਹੀ ਰਹਿ ਗਈ ਆ, ਭਾਰਤੀ ਕਿਸਾਨ ਯੂਨੀਅਨ। ਤੇ ਗੱਲ ਇਹ ਆ ਵੀ ਜਦੋਂ ਹੁਣ ਦੇਖੋ ਕਿੰਨੇ ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ, ਸਰਕਾਰਾਂ ਲਿਆ ਰਹੇ ਹੋ, ਅੱਜ ਵਿਰੋਧ ਕਿਉਂ? ਤੁਸੀਂ ਉਹ ਸਰਕਾਰਾਂ ਬਣਾਈਆਂ, ਮੋਦੀ ਦੀ ਸਰਕਾਰ ਵੀ ਬਣਾਈ, ਚਾਹੇ ਕਾਂਗਰਸ ਦੀ ਬਣਾਈ, ਚਾਹੇ ਅਕਾਲੀ ਦਲ ਦੀ ਬਣਾਈ ਆ, ਤੇ ਅੱਜ ਤੁਸੀਂ ਪਿੱਟ ਰਹੇ ਹੋ ਕਿ ਸਾਡੇ ਹੱਕ ਮਾਰੇ ਜਾ ਰਹੇ ਆ। ਤੇ ਸਰਕਾਰਾਂ ਵੀ ਤਾਂ ਤੁਸੀਂ ਚੁਣੀਆਂ ਹੋਈਆਂ। ਬਿਲਕੁਲ ਸਹੀ ਆ, ਸਰਕਾਰਾਂ ਅਸੀਂ ਚੁਣੀਆਂ ਨੇ। ਜਦੋਂ ਸਰਕਾਰਾਂ ਇਹ ਆਈਆਂ ਉਦੋਂ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਤੁਹਾਨੂੰ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਰੇਟ ਦੇਵਾਂਗੇ। ਉਦੋਂ ਮੋਦੀ ਸਾਹਿਬ ਨੇ ਬਠਿੰਡੇ ਵਾਲੀ ਰੈਲੀ ਦੇ ਵਿੱਚ ਇਹੀ ਬੋਲਿਆ ਸੀ ਕਿ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਤੇ ਤੁਹਾਨੂੰ ਜਿਹੜੇ ਭਾਅ ਨੇ ਜਿਨਸਾਂ ਦੇ ਉਹਦੇ ਮੁਤਾਬਕ ਦੇਵਾਂਗੇ। ਇਹ ਝੂਠ ਬੋਲ ਕੇ ਸਾਡੇ ਤੋਂ ਇਹਨਾਂ ਨੇ ਵੋਟਾਂ ਲਈਆਂ ਨੇ। ਨਹੀਂ, ਕਿੰਨੀ ਵਾਰੀ ਝੂਠ ਬੋਲ ਕੇ ਵੋਟਾਂ ਲੈ ਲੀਆਂ? ਕਿੰਨੇ ਸਾਲ ਤੋਂ ਜਿਹੜੀ ਹੈਗੀ ਰਾਜਨੀਤੀ ਚੱਲ ਰਹੀ ਆ? ਇਹ ਤਾਂ ਜੀ ਕਾਂਗਰਸ ਟਾਈਮ ਵੀ ਰਾਜਨੀਤੀ ਇਹੀ ਸੀ, ਤੇ ਹੁਣ ਜਿਹੜੀ ਮੋਦੀ ਸਰਕਾਰ BJP ਆ ਉਦੋਂ ਵੀ ਰਾਜਨੀਤੀ ਨਾ ਇਹੀ। ਫਿਰ ਕੀ ਕਿਸਾਨ ਨਾ ਸਮਝੇ? ਉਹਨਾਂ ਨੂੰ ਪਤਾ ਨਹੀਂ ਲੱਗਦਾ 40-41 ਸਾਲ ਤੋਂ ਕਿਸਾਨ ਯੂਨੀਅਨਾਂ ਬਣੀਆਂ ਹੋਈਆਂ ਲਗਾਤਾਰ, ਬਾਰ-ਬਾਰ ਜਿਹੜਾ ਹੈਗਾ ਉਹੀ ਪਾਰਟੀਆਂ ਨੂੰ ਲਿਆਂਦਾ ਜਾ ਰਿਹਾ। ਕੀ ਅਣਜਾਣ ਆ ਕਿਸਾਨ ਯੂਨੀਅਨ? ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਬਾਰ-ਬਾਰ ਉਹਨਾਂ ਨੂੰ ਬੇਵਕੂਫ ਬਣਾਈ ਜਾ ਰਹੀ ਹੈ ਪਾਰਟੀਆਂ? ਦੇਖੋ, ਜਿੱਥੇ ਤੱਕ ਭਾਰਤੀ ਕਿਸਾਨ ਯੂਨੀਅਨ ਦਾ ਤਾਲੁਕ ਆ, ਭਾਰਤੀ ਕਿਸਾਨ ਯੂਨੀਅਨ ਹਮੇਸ਼ਾ ਹੀ ਕਿਸਾਨਾਂ ਨੇ ਇਹੀ ਗੱਲ ਕਹਿੰਦੀ ਆਈ ਆ ਕਿ ਪਹਿਲਾਂ ਕਿਸਾਨ ਬਣੋ ਫਿਰ ਕਿਸੇ ਪਾਰਟੀ 'ਚ ਦਾਖਲ ਹੋ। ਪਰ ਜਿਹੜਾ ਸਾਡਾ ਕਿਸਾਨ ਆ ਉਹਨੂੰ ਇਹ ਵੰਡ ਲੈਂਦੇ ਨੇ, ਪਿੰਡਾਂ ਦੇ ਵਿੱਚ ਜਾ ਕੇ ਵੰਡ ਕਰਕੇ ਕੋਈ ਆਪਣਾ ਕਾਂਗਰਸ ਬੰਨੀ ਖਿੱਚ ਰਿਹਾ, ਕੋਈ ਅਕਾਲੀਆਂ ਬੰਨੀ ਖਿੱਚ ਰਿਹਾ, ਕੋਈ ਆਪ ਬੰਨੀ ਖਿੱਚ ਰਿਹਾ, ਇਹ ਪਾੜ ਲੈਂਦੇ ਨੇ। ਇਹਨਾਂ ਦੀ ਨੀਤੀ ਤੁਸੀਂ ਕਹਿੰਦੇ ਕਿਸਾਨਾਂ ਨੂੰ ਵੰਡ ਲਿਆ ਜਾਂਦਾ, ਮੈਂ ਕਹਿੰਦਾ ਜਿਹੜੇ ਕਿਸਾਨਾਂ ਦੇ ਲੀਡਰ ਬਣੇ ਹੋਏ ਆ ਅੱਜ, ਉਹ ਜਾ ਕੇ ਚੇਅਰਮੈਨੀਆਂ ਲੈ ਲੈ ਸੱਤਾ ਦਾ ਰਾਜ ਭੋਗਦੇ ਨੇ, ਕਿਸਾਨਾਂ ਨੂੰ ਵਰਤ ਲੈਂਦੇ ਆ। ਜਦੋਂ ਆਪਣੀ ਸਰਕਾਰ ਆਂਦੀ ਆ ਤਾਂ ਉਸ ਟਾਈਮ ਜਿਹੜਾ ਹੈਗਾ ਆਪਣਾ ਬੈਨੀਫਿਟ ਲੈਂਦੇ ਆ। ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜੇ ਹੈ ਇਹ ਕਿਸਾਨ ਯੂਨੀਅਨ ਦੇ ਵਿੱਚ ਕਮੀ ਰਹੀ ਹੈ ਕਿ ਇਹ ਜਿਹੜਾ ਹੈ ਇਹਨਾਂ ਨੂੰ ਕਰਨਾ ਨਹੀਂ ਸੀ ਚਾਹੀਦਾ। ਕੀ ਲੱਗਦਾ ਕਿਸਾਨ ਯੂਨੀਅਨ ਦਾ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਹੋਣਾ ਚਾਹੀਦਾ ਜਾਂ ਨਿਰਪੱਖ ਜਿਹੜਾ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ? ਪਹਿਲਾਂ ਨਿਰਪੱਖ ਕਿਸਾਨਾਂ ਨਾਲ ਖੜੋ, ਉਸ ਤੋਂ ਬਾਅਦ ਜਿਹੜੀ ਪਾਰਟੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਆ ਉਧਰ ਜਾ ਕੇ ਇਹ ਆਪਣਾ ਅਲਾਇੰਸ ਕਰ ਸਕਦੇ ਨੇ। ਬਿਲਕੁਲ ਜੀ। ਇੱਥੇ ਮੌਜੂਦ ਨੇ ਗੁਰਮੇਲ ਸਿੰਘ ਬਾੜਾ ਜੀ। ਬਾੜਾ ਜੀ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਿਰੋਧ ਹੋ ਰਿਹਾ, ਵੱਡੇ ਪੱਧਰ ਤੇ ਰੈਲੀਆਂ ਕੀਤੀਆਂ ਜਾ ਰਹੀਆਂ, ਕੀ ਲੱਗਦਾ ਹੁਣ ਸਮਾਂ ਲੰਘ ਚੁੱਕਿਆ? ਹੁਣ ਕਹਿੰਦੇ ਕਿ ਸੱਪ ਲੰਘ ਗਿਆ ਤੇ ਲਕੀਰ ਕੁੱਟਣੇ ਵਾਲਾ ਕੰਮ ਹੋ ਰਿਹਾ, ਉਹ ਪੇਸ਼ ਹੋ ਗਏ ਬਿੱਲ। ਦੇਖੋ, ਅਸੀਂ ਤਾਂ ਪਹਿਲਾਂ ਤੇ ਹੀ ਸੱਪ ਦੇ ਹੀ ਡੰਡੇ ਮਾਰਦੇ ਆ, ਅਸੀਂ ਲਕੀਰ ਨਹੀਂ ਕੁੱਟਦੇ ਹੈਗੇ। ਜਦੋਂ ਆਰਡੀਨੈਂਸ ਸਾਹਮਣੇ ਆਏ ਉਦੋਂ ਤੋਂ ਹੀ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ, ਔਰ ਕਿਸਾਨ ਜਥੇਬੰਦੀਆਂ ਹੌਲੀ ਹੌਲੀ ਸਾਰੀਆਂ ਇੱਕ ਪਲੇਟਫਾਰਮ ਪਰ ਆ ਗਈਆਂ, ਔਰ ਕਿਸਾਨ ਜਥੇਬੰਦੀਆਂ ਦੀ ਤਾਂ ਆਖਰ ਤੱਕ ਇਹ ਲੜਾਈ ਜਾਰੀ ਰਹੂਗੀ। ਜੇ ਉਹਨਾਂ ਨੇ ਪਾਸ ਕਰਤੇ ਤਾਂ ਉਹਨਾਂ ਨੇ ਲਾਗੂ ਵੀ ਇੱਥੇ ਪੰਜਾਬ 'ਚ ਆ ਕੇ ਕਰਨੇ ਆ, ਫਿਰ ਕਿਸਾਨਾਂ ਦੀ ਲੜਾਈ ਰਹੂਗੀ। ਜਿਹੜੇ ਇਹ ਵਪਾਰੀ ਇਹਨਾਂ ਨੇ ਛੁੱਟੀ ਦਿੱਤੀ ਹੈ ਵੀ ਤੁਸੀਂ ਜਾ ਕੇ ਜਿੱਥੋਂ ਮਰਜ਼ੀ ਅਨਾਜ ਖਰੀਦ ਲਓ, ਫਿਰ ਇਹ ਆ ਕੇ ਪਿੰਡਾਂ ਵਿੱਚ ਆਪਣੀਆਂ ਮੰਡੀਆਂ ਖੋਲ੍ਹਣਗੇ ਜਾਂ ਮੰਡੀਆਂ ਖੋਲ੍ਹਣਗੇ, ਕਿਸਾਨ ਜਥੇਬੰਦੀ ਫਿਰ ਉੱਥੇ ਲੜਾਈ ਕਰੂਗੀ ਵੀ ਅਸੀਂ ਤਾਂ ਮਾਰਕੀਟ ਕਮੇਟੀ ਦੇ ਥਰੂ ਇਹ ਵੇਚਣਾ ਆਪਣਾ ਅਨਾਜ। ਇਹ ਇਸ ਗੱਲ ਨੂੰ ਅਖੀਰ ਤੱਕ ਰੋਕਣ ਖਾਤਰ ਜ਼ੋਰ ਲਾਉਣਗੇ, ਔਰ ਭਾਵੇਂ ਇਹਦੇ ਲਈ ਕਿਸਾਨ ਜਥੇਬੰਦੀਆਂ ਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਉਹ ਹਰ ਟਾਈਮ ਇਸ ਕੁਰਬਾਨੀ ਦੇ ਲਈ ਤਿਆਰ ਰਹਿਣਗੀਆਂ। ਬੜਾ ਜੀ, 1 ਸਾਲ ਪਹਿਲਾਂ ਇਹਦਾ ਪਤਾ ਲੱਗ ਗਿਆ ਸੀਗਾ ਕਿ ਆ ਬਿੱਲ ਲਿਆਂਦਾ ਜਾ ਰਿਹਾ। ਉਸ ਸਮੇਂ ਇੰਨਾ ਜਿਹੜਾ ਹੈਗਾ ਸੰਘਰਸ਼ ਨਹੀਂ ਦੇਖਿਆ ਗਿਆ ਕਿਸਾਨਾਂ ਦਾ, ਆਪਸ ਵਿੱਚ ਇੱਕਾ ਦੁੱਕਾ ਹੋ ਕੇ ਜਿਹੜੇ ਹੈਗੇ ਆ ਲੜਦੇ ਰਹੇ। ਕੀ ਲੱਗਦਾ ਕਿਸਾਨਾਂ ਦੀ ਆਪਸੀ ਏਕਤਾ ਨਾ ਹੋਣ ਕਰਕੇ ਜਿਹੜਾ ਅੱਜ ਇਹ ਬਿੱਲ ਲਾਗੂ ਹੋਇਆ? ਦੇਖੋ, ਗੱਲ ਇਹ ਹੈਗੀ ਆ, ਜਿਹੜੀ ਪਹਿਲਾਂ ਇਹਨਾਂ ਦੀ ਪ੍ਰਪੋਜ਼ਲ ਸਾਲ 1.5 ਸਾਲ ਤੋਂ ਚੱਲ ਰਹੀ ਹੈ। ਹਾਲਾਂਕਿ ਇਹ ਤਾਂ ਇੱਥੋਂ ਤੱਕ ਹੈਗਾ, ਜਦੋਂ ਕਾਂਗਰਸ ਸਰਕਾਰ ਤੀ, ਪਹਿਲੀ ਵੀ ਕਾਂਗਰਸ ਸਰਕਾਰ ਤੀ, ਜਿਹੜੀ ਇਹਨਾਂ ਦੀ FCI ਹੈ, ਸੈਂਟਰ ਦੀ ਫੂਡ ਕੰਟਰੋਲ ਕਰਦੀ ਹੈ, ਖਰੀਦਦੀ ਹੈ, ਉਹਨੂੰ ਕਾਫੀ ਦੇਰ ਤੋਂ ਵਿੱਚੋਂ ਕੱਢਣਾ ਚਾਹੁੰਦੇ ਆ, ਪਰ ਉਦੋਂ ਕਿਸੇ ਨੇ ਹਿੰਮਤ ਨਹੀਂ ਕਰੀ ਹੈਗੀ। ਹੁਣ ਇਹ ਸਾਲ 1.5 ਸਾਲ ਤੋਂ ਆਰਡੀਨੈਂਸਾਂ ਦੀ, ਪਰ ਜਿਹੜੇ ਸਰਕਾਰ 'ਚ ਭਾਈਵਾਲ ਜਾਂ ਉੱਥੇ ਹੈਗੇ ਸੀ ਸਰਕਾਰਾਂ ਸੀ, ਉਹਨਾਂ ਨੇ ਬਾਹਰ ਆ ਕੇ ਗੱਲ ਨਹੀਂ ਇਹ ਜ਼ਾਹਰ ਕਰੀ ਹੈਗੀ ਹੈ ਵੀ ਆਰਡੀਨੈਂਸ ਇਸ ਤਰ੍ਹਾਂ ਲਿਆਂਦੇ ਜਾ ਰਹੇ ਹੈ। ਔਰ ਕਿਸਾਨ ਜਥੇਬੰਦੀਆਂ ਨੂੰ ਇਹ ਜ਼ਰੂਰ ਤੌਖਲਾ ਸੀ ਵੀ ਇਹ ਸਰਕਾਰੀ ਖਰੀਦ ਤੋਂ ਭੱਜ ਰਹੇ ਹੈ, ਇਹ ਸਰਕਾਰੀ ਏਜੰਸੀਆਂ ਜਿਹੜੀਆਂ ਹੈਗੀਆਂ ਖਰੀਦ ਤੋਂ ਪਾਸੇ ਹੋ ਰਹੀਆਂ। ਪਰ ਜਿਹੜਾ ਆਰਡੀਨੈਂਸ ਦਾ ਅਸਲੀ ਇਹਨਾਂ ਦਾ ਬਣਾਉਣ ਦਾ ਹੈਗਾ ਸੀ, ਉਹ ਸਾਹਮਣੇ ਨਹੀਂ ਸੀ ਆਇਆ ਹੈਗਾ ਵੀ ਕਿਹੜੇ ਢੰਗ ਨਾਲ ਇਹਨਾਂ ਨੇ ਬਾਹਰ ਭੱਜਣਾ ਹੈਗਾ।
ਪਰ ਜਦ ਤੋਂ ਬਾਹਰ ਆਇਆ, ਜਦ ਤੋਂ ਸਾਰੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ। ਔਰ ਪਹਿਲਾਂ ਤਾਂ ਦੇਖ ਲਓ 2 ਹੈਗੇ ਸੀ ਕਾਮਰੇਡ, ਅਲੱਗ ਸੀ, ਭਾਰਤੀ ਕਿਸਾਨ ਯੂਨੀਅਨ ਅਲੱਗ। ਹੁਣ ਕੱਲ੍ਹ ਦੀ ਮੀਟਿੰਗ ਵਿੱਚ 30 ਜਥੇਬੰਦੀਆਂ ਇਕੱਠੀਆਂ ਹੋ ਕੇ ਇਹਨਾਂ ਨੇ ਪ੍ਰੋਗਰਾਮ ਦਿੱਤਾ ਵੀ ਆਖਰ ਤੱਕ ਅਸੀਂ ਲੜਦੇ ਰਹਾਂਗੇ। ਇਹਨੂੰ ਜੇ ਇਹਨਾਂ ਨੇ ਪਾਸ ਵੀ ਕਰ ਲਿਆ ਤਾਂ ਇਹਨਾਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਤੇ ਜਿਹੜੀ ਏਕਤਾ ਹੋਈ ਹੈ ਹੁਣ ਕਿਸਾਨ ਜਥੇਬੰਦੀਆਂ ਦੀ, ਇਹ ਸਿਰਫ ਇਸੇ ਸੰਘਰਸ਼ ਨੂੰ ਲੈ ਕੇ ਹੋਈ ਹੈ ਜਾਂ ਅੱਗੇ ਭਵਿੱਖ ਦੇ ਵਿੱਚ ਇਸੇ ਤਰ੍ਹਾਂ ਏਕਤਾ ਰਹੂਗੀ? ਕਿਉਂਕਿ ਏਕਤਾ ਨਾ ਹੋਣ ਕਰਕੇ ਹੀ ਰਾਜਨੀਤਿਕ ਪਾਰਟੀਆਂ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਫਾਇਦਾ ਚੁੱਕਦੀਆਂ ਕਿਸਾਨਾਂ ਦਾ। ਦੇਖੋ ਗੱਲ ਇਹ ਹੈਗੀ ਆ, ਜਿਹੜਾ ਇਹ ਆਰਡੀਨੈਂਸ ਆਇਆ ਕਿਸਾਨੀ ਦਾ, ਤਾਂ ਜੇ ਕਿਸੇ ਤਰ੍ਹਾਂ ਚਲੋ ਕਿਸਾਨ ਯੂਨੀਅਨ ਅਲੱਗ ਵੀ ਹੋ ਜਾਂਦੀਆਂ, ਕਿਸਾਨੀ ਦਾ ਭਵਿੱਖ ਹੀ ਨਹੀਂ ਰਹਿਣਾ। ਫਿਰ ਕਿਸਾਨ ਜਥੇਬੰਦੀਆਂ ਨਹੀਂ ਰਹਿਣੀਆਂ ਹੈਗੀਆਂ, ਕਾਹਦੇ ਪਰ ਰਹਿਣੀਆਂ ਜਾਂ ਕਿਸਾਨੇ ਨਹੀਂ ਰਹਿਣਾ ਹੈਗਾ। ਇਹਦੇ ਲਈ ਕਿਸਾਨ ਜਿਹੜੇ ਪੰਜਾਬ ਲੀਡਰ ਹੈ ਜਾਂ ਇੰਡੀਆ ਦੇ ਲੀਡਰ ਹੈ, ਉਹ ਇਹ ਗੱਲ ਨੂੰ ਭਾਫਦੇ ਆ, ਇਹ ਗੱਲ ਨੂੰ ਜਾਣ ਕੇ ਹੀ ਉਹ ਇਕੱਠੇ ਹੋਏ ਆ ਵੀ ਇਸ 'ਤੇ ਗਾਹਾਂ ਸਾਡਾ ਭਵਿੱਖ ਨਹੀਂ ਹੈਗਾ। ਫਿਰ ਤਾਂ ਅਸੀਂ ਸਾਰੇ ਇੱਕ ਮਜ਼ਦੂਰ ਸ਼੍ਰੇਣੀ 'ਚ ਆ ਜਾਣਾ, ਫਿਰ ਤਾਂ ਸਾਡੀ ਕੋਈ ਪੁੱਛ ਰਹਿਣੀ ਉਹ ਨਹੀਂ ਹੈਗੀ ਹੈ। ਇਹਦੇ ਲਈ ਸਾਰੇ ਇਕੱਤਰ ਹੋਏ ਆ, ਸਾਰੀ ਅਸੀਂ ਆਸਬੰਦ ਹੈ ਵੀ ਇਹ ਜਿਹੜੀ ਲੜਾਈ ਹੈ ਸਾਰੇ ਇਕੱਠੇ ਹੋ ਕੇ ਹੀ ਲੜਾਂਗੇ। ਅਗਲਾ ਕੀ ਸੰਘਰਸ਼ ਰਣਨੀਤੀ ਬਣਾਈ ਅਗਲੇ ਦਿਨਾਂ ਆਉਣ ਵਾਲੇ ਦਿਨਾਂ 'ਚ? ਆਉਣ ਵਾਲੇ ਦਿਨਾਂ ਵਿੱਚ ਇੱਕ ਤਾਂ 25 ਤਰੀਕ ਦਾ ਸਾਰਾ ਪੰਜਾਬ ਦੇ ਬੰਦ ਦਾ ਸੱਦਾ ਦਿੱਤਾ ਹੈਗਾ ਵੀ ਸਾਰੇ ਜਿਹੜਾ ਹੈਗਾ ਉਹਨੂੰ ਠੱਪ ਕਰਿਆ ਜਾਵੇ। ਸਾਰਿਆਂ ਨੂੰ, ਭਾਵੇਂ ਦੁਕਾਨਦਾਰ ਹੈ, ਸਾਰਿਆਂ ਨੂੰ ਬੇਨਤੀ ਕਰੀ ਜਾਵੇ। ਬਾਕੀ ਜਿਹੜਾ ਟਰਾਂਸਪੋਰਟ ਹੈਗੀ ਆ ਯੂਨੀਅਨ, ਉਹਨਾਂ ਨੇ ਪਹਿਲੇ ਹੀ ਹਮਾਇਤ ਦੇ ਦਿੱਤੀ ਹੈ ਵੀ ਅਸੀਂ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ। ਇਸ ਤਰ੍ਹਾਂ ਹੀ ਪੱਲੇਦਾਰ ਯੂਨੀਅਨ, ਹੋਰ ਸਾਰੀਆਂ ਯੂਨੀਅਨ ਨੇ ਹਮਾਇਤ ਦੇ ਦਿੱਤੀ ਹੈ। ਬਾਕੀ ਜਿਹੜਾ ਦੁਕਾਨਦਾਰ ਹੈ ਉਹਨੂੰ ਵੀ ਅਸੀਂ ਜਾ ਕੇ ਇਕੱਲੀ ਦੁਕਾਨ ਪਰ ਬੇਨਤੀ ਕਰਾਂਗੇ ਵੀ ਭਾਈ 25 ਦਾ ਟੋਟਲ ਆਪਾਂ ਬੰਦ ਕਰੀਏ, ਟੋਟਲ ਬੰਦ ਨੂੰ ਆਪਾਂ ਕਾਮਯਾਬ ਕਰੀਏ। ਉਸ ਤੋਂ ਅਗਲਾ ਪ੍ਰੋਗਰਾਮ ਜੋ ਵੀ ਜਥੇਬੰਦੀਆਂ ਦਾ ਆਊਗਾ ਉਹਨੂੰ ਲਾਗੂ ਕਰਾਂਗੇ। ਰੁਪਿੰਦਰ ਸਿੰਘ ਰੂਪਾ ਜੀ, ਤੁਸੀਂ ਕਾਫੀ ਸਮੇਂ ਤੋਂ ਕਿਸਾਨ ਯੂਨੀਅਨ ਦੇ ਨਾਲ ਜੁੜੇ ਹੋ, ਸੰਘਰਸ਼ ਕਰਦੇ ਆ ਰਹੇ ਹੋ, ਦੇਖਿਆ ਕਿਵੇਂ ਦੇਖਦੇ ਹੋ ਜਿਹੜਾ ਮੋਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ? ਮੋਦੀ ਸਰਕਾਰ ਨੇ ਜਿਹੜੇ 3 ਆਰਡੀਨੈਂਸ ਪਾਸ ਕਰਤੇ, ਕੁਛ ਗਾਹਾਂ ਹੁਣ ਰਾਜ ਸਭਾ ਜਾਣੇ ਆ, ਇਹ ਬਹੁਤ ਮਾੜੀ ਗੱਲ ਹੈ। ਜ਼ਿਮੀਂਦਾਰਾਂ ਨਾਲ, ਬਹੁਤ ਮਜ਼ਦੂਰਾਂ ਨਾਲ, ਹਰੇਕ ਬੰਦੇ ਨਾਲ ਧੱਕਾ ਹੈ। ਇਹ ਧੱਕਾ ਅਸੀਂ ਹੋਣ ਨਹੀਂ ਦੇਵਾਂਗੇ। ਮੈਂ ਜ਼ਿਮੀਂਦਾਰਾਂ ਨੂੰ ਬੇਨਤੀ ਕਰਦਾ ਇੱਕ ਵੀ ਜੇ ਧੱਕਾ ਕਰਦੇ ਵੀ ਆ, ਤੁਸੀਂ ਜਿਹੜੀ ਆਪਣੀ ਫਸਲ ਹੈ ਉਹ ਪ੍ਰਾਈਵੇਟ ਨਾ ਵੇਚੋ। ਚਾਹੇ ਤੁਹਾਨੂੰ 100-200 ਰੁਪਏ ਵੱਧ ਵੀ ਦਿੰਦਾ ਕੋਈ, ਬਿਲਕੁਲ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਮੰਡੀ ਵਿੱਚ ਵੇਚੋ। ਜਿਹੜਾ ਤੁਹਾਨੂੰ ਜੇ ਫਾਰਮ ਮੰਡੀ 'ਚ ਤੇ ਮਿਲਣਾ ਹੈ ਉਹ ਤੁਹਾਡੇ ਕੋਲ ਇੱਕ ਲਾਇਸੈਂਸ ਹੈ ਪੱਕਾ ਜੇ ਫਾਰਮ। ਇਸ ਕਰਕੇ ਮੈਂ ਤਾਂ ਕਿਸਾਨਾਂ ਨੂੰ ਬੇਨਤੀ ਕਰਦਾ ਹਾਂ ਵੀ ਮੰਡੀ ਦੇ ਵਿੱਚ ਇਹ ਫਸਲ ਵੇਚੋ। ਕਿਤੇ ਜੀਓ ਫੋਨਾਂ ਮੰਗਣਾ ਲਾਲਚ ਵਿੱਚ ਨਾ ਆ ਜਾਵੇ ਵੀ ਤੁਹਾਨੂੰ ਪਹਿਲਾਂ ਲਾਲਚ ਦੇ ਦੇਵਾਂ, ਜਿੱਕਣਾ ਫ੍ਰੀ ਕਰਤੇ ਤੇ ਬਾਅਦ ਵਿੱਚ ਹੁਣ ਦੇਖ ਲਓ ਕਿੰਨੇ ਨੈੱਟ ਪੈਕ ਫਲਾਣਾ ਵੀ। ਇਸ ਕਰਕੇ ਮੈਂ ਤਾਂ ਜ਼ਿਮੀਂਦਾਰਾਂ ਨੂੰ ਬੇਨਤੀ ਕਰਦਾ ਵੀ ਮੰਡੀ 'ਚ ਵੇਚਣਾ ਹੈ। ਇਹ ਮੋਦੀ ਦੀਆਂ ਚਾਲਾਂ ਤੋਂ ਬਚੋ। ਮੈਂ ਤਾਂ ਜ਼ਿਮੀਂਦਾਰਾਂ ਨੂੰ ਇੰਨੀ ਬੇਨਤੀ ਕਰਦਾ ਵੀ ਇੰਨੇ ਵੀ ਤੁਸੀਂ ਮਿੱਠੇ ਨਾ ਬਣ ਜਾਓ, ਜਿਹੜੀਆਂ ਤੁਹਾਨੂੰ ਮੱਖੀਆਂ ਚਿੰਬੜ ਕੇ ਗੁੜ ਮੰਗਣਾ ਖਾ ਜਵੇਂ, ਇੰਨੇ ਮਿੱਠੇ ਨਾ ਬਣੋ। ਸੋਟੀਆਂ ਤੁਹਾਡੇ ਵੱਜਦੀਆਂ ਹੈ, ਕਿਆ ਸਾਡੇ ਕੋਲ ਕਿਆ ਹੱਥ ਨਹੀਂ? ਇੱਕ ਵਾਰੀ ਖਾ ਲੀਆਂ, 2 ਵਾਰੀ ਖਾ ਲੀਆਂ, 100 ਵਾਰੀ ਤੁਹਾਨੂੰ ਹਜ਼ਾਰਾਂ ਵਾਰੀ ਸੋਟੀਆਂ ਖਾਂਦਿਆਂ ਨੂੰ ਆ ਗਿਆ। ਕਿਆ ਤੁਹਾਡੇ ਕੋਲ ਹੱਥ ਨਹੀਂ? ਲੜਾਈ ਲੜਨੀ ਪੈਣੀ ਆ, ਹੱਥਾਂ ਨਾਲ ਲੜਾਈ ਲੜਨੀ ਪੈਣੀ ਆ। ਇਹ ਤਾਂ ਅਸੀਂ ਜਿੱਤਾਂਗੇ, ਨਹੀਂ ਸਾਡੀ ਜਿੱਤ ਨਹੀਂ ਹੋਣੀ। ਇੱਕ ਮੇਰੀ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਘਰਾਂ ਕਾਲੇ ਝੰਡੇ ਲਾਓ। ਕਿਸਾਨ ਸਾਰੇ, ਮਜ਼ਦੂਰ ਵੀ ਲਾਓ, ਸਾਰੇ ਜਿੰਨੇ ਆੜਤੀ ਵਰਗ ਆ ਸਾਰੇ ਆਪਣੇ ਕੋਠਿਆਂ ਤੇ ਕਾਲੇ ਝੰਡੇ ਲਾਓ। ਜਿਹੜਾ ਪਤਾ ਲੱਗ ਜਾਵੇ ਮੋਦੀ ਸਰਕਾਰ ਨੂੰ ਵੀ ਵਾਕਈ ਕਿਸਾਨਾਂ ਵਿੱਚ ਰੋਸ ਬਹੁਤ ਹੈ, ਸਾਰੀ ਪਬਲਿਕ ਵਿੱਚ ਰੋਸ। ਮੋਦੀ ਵੱਲੋਂ ਚੋਣਾਂ ਲੜੀਆਂ ਗਈਆਂ ਸੀਗੀਆਂ ਜਦੋਂ ਲੋਕ ਸਭਾ, ਅੱਛੇ ਦਿਨ ਕਿਹਾ ਗਿਆ ਸੀ, ਅੱਛੇ ਦਿਨ ਵਾਸਤੇ ਲਿਆਂਦੇ ਜਾਣਗੇ। ਕੀ ਮੰਨਦੇ ਹੋ ਕਿੰਨੇ ਅੱਛੇ ਦਿਨ ਆਏ? ਬਹੁਤ ਬੁਰੇ ਦਿਨ ਆਏ। ਨੋਟ ਬਦਲੀ ਦਾ ਆ ਗਿਆ, ਸਾਰੇ ਮਾੜੇ ਹੀ ਦਿਨ ਆਏ। ਮੋਦੀ ਨੇ ਤਾਂ ਅੱਛੇ ਦਿਨ ਲਿਆਂਦੇ ਹੀ ਨਹੀਂ ਹੈਗੇ। ਅਸੀਂ ਤਾਂ ਗਰਕ ਹੋ ਗਏ, ਵੋਟਾਂ ਪਾ ਕੇ ਪਛਤਾਉਂਦੇ ਆ। ਤੇ ਕਿਵੇਂ ਜਿਹੜਾ ਹੈਗਾ ਰੋਜ਼ਗਾਰ ਮਿਲਿਆ? ਇਹਨਾਂ ਦੇ ਸਰਕਾਰ ਤੋਂ ਵੱਲੋਂ ਕਹਿੰਦੀ ਸੀ ਅੱਛੇ ਦਿਨ ਆਊਗੇ, ਰੋਜ਼ਗਾਰ ਮਿਲੂਗਾ, ਇਹ ਹੋਊਗਾ, ਕਿਸਾਨਾਂ ਦੇ ਵਧੀਆ ਜਿਹੜਾ ਹੈਗਾ ਮੁੱਲ ਮਿਲੂਗਾ। ਕੋਈ ਮੁੱਲ ਨਹੀਂ ਮਿਲਿਆ। ਮੋਦੀ ਨੇ ਤਾਂ ਬੇੜੀ ਗਰਕ ਕਰਤੀ, ਬੇੜੀ ਗਰਕ। ਅਸੀਂ ਤਾਂ ਮੋਦੀ ਦੇ ਜੁੱਤੀਆਂ ਮਾਰਦੇ ਹਾਂ ਵੀ ਸਾਡੀ ਬੇੜੀ ਗਰਕ ਕਰਤੀ। ਮੋਦੀ ਤੇਰੇ ਕੀੜੇ ਪੈਣ, ਤੂੰ ਚਾਹ ਵਾਲੀ ਰੇਹੜੀ ਭਰਾਵੇ, ਮੁੜ ਕੇ ਚਾਹ ਦੀ ਰੇਹੜੀ ਲਾਵੇਂ। ਜਿੱਕਣਾ ਤੂੰ ਕਿਸਾਨਾਂ ਨੂੰ ਡੱਬੇ ਚਕਾਉਣ ਲੱਗਿਆ ਨਾ ਹੱਥਾਂ ਦੇ ਵਿੱਚ, ਇੱਕਣਾ ਹੀ ਤੇਰੇ ਹੱਥਾਂ 'ਚ ਵੀ ਡੱਬੇ ਹੋਵੇਂ, ਤੂੰ ਉੱਕਣਾ ਹੀ ਰੇਹੜੀ ਲਾਵੇਂ ਚਾਹ ਵਾਲੀ ਜਿੱਥੇ ਤੇ ਤੂੰ ਤੁਰਿਆ ਤਾ। ਇਹ ਸਾਡਾ ਮਜ਼ਦੂਰ, ਕਿਸਾਨ, ਆੜਤੀਏ, ਸਾਡਾ ਸਾਰਿਆਂ ਦਾ ਹੀ ਸਰਾਫ ਹੈ ਤੈਨੂੰ। ਇਹ ਪੈ ਕੇ ਜਾਊਗਾ ਮੋਦੀ।
ਬਿਲਕੁਲ ਇੱਥੇ ਮੌਜੂਦ ਨੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ। ਸੰਦੋਆ ਸਾਹਿਬ ਇੱਧਰ ਥੋੜਾ ਆ ਜਾਓ, ਇੱਕ ਮਿੰਟ ਜਰਾ, ਇੱਧਰ ਧੁੱਪ ਪੈ ਰਹੀ ਹੈ। ਕੀ ਮੰਨਦੇ ਹੋ ਜਿਹੜੇ ਕਿਸਾਨਾਂ ਦੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਬਿੱਲਾਂ ਨੂੰ ਲੈ ਕੇ, ਲਗਾਤਾਰ ਯੂਥ ਕਾਂਗਰਸ ਵੱਲੋਂ ਵੀ ਰੈਲੀ ਕੀਤੀ ਜਾ ਰਹੀ ਹੈ, ਕਿਸਾਨ ਯੂਨੀਅਨਾਂ ਸੜਕਾਂ ਤੇ ਉਤਰੀਆਂ ਹੋਈਆਂ ਨੇ, ਉਸ ਦੇ ਬਾਵਜੂਦ ਵੀ ਜਿਹੜੀ ਹੈਗੀ ਆ ਮੋਦੀ ਸਰਕਾਰ, ਕੇਂਦਰ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਹੱਕ ਦਾ ਬਿੱਲ ਹੈ, ਇਹਨੂੰ ਲਾਗੂ ਕੀਤਾ ਜਾ ਰਿਹਾ ਹੈ। ਇਹ ਵੀ ਜਿਹੜਾ ਮੋਦੀ ਸਰਕਾਰ ਦਾ ਫੈਸਲਾ ਬਿਲਕੁਲ ਗਲਤ ਹੈ। ਅਸੀਂ ਤਾਂ ਆਪਣੇ ਜ਼ਿਮੀਂਦਾਰ ਭਰਾਵਾਂ ਨਾਲ, ਮੈਂ ਖੁਦ ਜ਼ਿਮੀਂਦਾਰ ਹਾਂ ਸਾਰੇ, ਦੇਖੋ ਸਾਡੇ ਨਾਲ ਸਾਰਿਆਂ ਨਾਲ ਧੱਕਾ ਹੋ ਰਿਹਾ, ਬਿਲਕੁਲ ਇਹ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਸਾਡੇ ਜ਼ਿਮੀਂਦਾਰ ਬੰਦਿਆਂ ਨਾਲ, ਸਾਰਿਆਂ ਨਾਲ, ਪੰਜਾਬ ਨਾਲ ਹੀ ਧੱਕਾ ਹੋ ਰਿਹਾ। ਤੇ ਅਸਤੀਫੇ ਦਿੱਤੇ ਜਾ ਰਹੇ, ਅਕਾਲੀ ਦਲ ਵੱਲੋਂ ਬੀਬੀ ਹਰਸਿਮਰਤ ਕੌਰ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਕਾਂਗਰਸੀ ਵਿਧਾਇਕ ਵੱਲੋਂ ਵੀ। ਕਿਸਾਨ ਕਹਿੰਦੇ ਆ ਕਿ ਜਦੋਂ ਬਿੱਲ ਲਾਗੂ ਨਹੀਂ ਹੋਇਆ ਸੀ ਉਦੋਂ ਤਾਂ ਹੱਕ ਵਿੱਚ ਭੁਗਤਿਆ ਤੇ ਹੁਣ ਰਾਜਨੀਤੀ, ਵੋਟਾਂ ਦੀ ਰਾਜਨੀਤੀ ਚੱਲ ਰਹੀ ਹੈ ਅਸਤੀਫੇ ਦੇ ਕੇ, ਕੀ ਮੰਨਦੇ ਹੋ? ਨਹੀਂ, ਜੇ ਅਸਤੀਫਾ ਉਹਨਾਂ ਨੂੰ ਪਹਿਲਾਂ ਦੇਣਾ ਚਾਹੀਦਾ, ਜਦੋਂ ਕੈਬਨਿਟ ਦੀ ਮੀਟਿੰਗ ਹੋਈ ਹੈ, ਕੈਬਨਿਟ 'ਚ ਬਿੱਲ ਲਿਆਂਦਾ ਉਹਨਾਂ ਨੇ, ਉਸ ਟਾਈਮ ਅਸਤੀਫਾ ਦੇਣਾ ਚਾਹੀਦਾ। ਹੁਣ ਅਸਤੀਫੇ ਦਾ ਕੋਈ ਪਾਸ ਨਹੀਂ ਬਣਦਾ ਹੈਗਾ, ਉਹ ਸਿਰਫ ਲੋਕ ਦਿਖਾਵਾ ਕਰ ਰਹੇ ਸਾਰਾ। ਤੇ ਗੱਠਜੋੜ ਹਲੇ ਵੀ ਇਹਨਾਂ ਦਾ ਜਾਰੀ ਹੈ, ਕੀ ਲੱਗਦਾ ਕਿ ਗੱਠਜੋੜ ਜੇ ਸੱਚੀ ਕਿਸਾਨਾਂ ਨਾਲ ਖੜੇ ਆ, ਕੀ ਲੱਗਦਾ ਕਿ ਗੱਠਜੋੜ ਇਹਨਾਂ ਨੂੰ ਤੋੜ ਦੇਣਾ ਚਾਹੀਦਾ? ਨਹੀਂ, ਕਿਸਾਨਾਂ ਨਾਲ ਤਾਂ ਹੈ ਨਹੀਂ ਹੈਗੇ, ਇਹ ਤਾਂ ਵੈਸੇ ਇਕੱਠੇ ਆਪਸ ਵਿੱਚ ਹੀ ਹੋਈ ਹੈ। ਵੈਸੇ ਅਸਤੀਫਾ ਵੀ ਉਹਨਾਂ ਨੇ ਵੈਸੇ ਦਿੱਤਾ ਲੋਕਾਂ ਨੂੰ ਡਰਾਮਾ ਕਰਕੇ ਦਿਖਾਵੇ ਵਾਸਤੇ, ਇਸ ਤਰ੍ਹਾਂ ਦੀ ਗੱਲ ਨਹੀਂ। ਤੇ ਕਈ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਤੇ ਵੀ ਸਵਾਲ ਖੜੇ ਕਰ ਰਹੀਆਂ ਕਿ ਉਹ ਵੀ ਕਮੇਟੀ ਬਣੀ ਸੀ ਜਿਹੜੀ ਹੈਗੀ ਇਹਨਾਂ ਦੀ ਲਾਗੂ ਕਰਨ ਵਾਸਤੇ, ਉਹਦੇ ਵਿੱਚ ਨਾਮ ਆ ਮਨਪ੍ਰੀਤ ਬਾਦਲ ਵੀ ਮੀਟਿੰਗਾਂ ਦੇ ਵਿੱਚ ਜਾਂਦਾ ਰਿਹਾ ਤੇ ਉਦੋਂ ਇਹਨਾਂ ਨੇ ਬਿਲਕੁਲ ਵਿਰੋਧ ਨਹੀਂ ਕੀਤਾ। ਅੱਜ ਕਿਸਾਨ ਜਦੋਂ ਸੜਕਾਂ ਤੇ ਉਤਰੇ ਆ ਤਾਂ ਆਪਣੀਆਂ ਵੋਟ ਬੈਂਕ ਨੂੰ ਬਚਾਉਣ ਵਾਸਤੇ ਡਰਾਮੇ ਕਰ ਰਹੇ ਆ। ਦੇਖੋ ਜੀ, ਮੈਂ ਜਿਹੜਾ ਵੀ ਕਿਸਾਨਾਂ ਦੇ ਐਂਟੀ ਹੋਊਗਾ, ਪੰਜਾਬ ਦੇ ਐਂਟੀ, ਅਸੀਂ ਉਹਦੇ ਖਿਲਾਫ ਹੋਵਾ, ਜਿਹੜਾ ਮਰਜ਼ੀ ਬੰਦਾ ਹੋਵੇ, ਜਿਹਦਾ ਵੀ ਤੁਸੀਂ ਨਾਂ ਲਿਆ, ਜੋ ਵੀ ਪੰਜਾਬ ਦੇ ਕਿਸਾਨਾਂ ਦੇ ਐਂਟੀ, ਅਸੀਂ ਉਹਨਾਂ ਦੇ ਵੀ ਖਿਲਾਫ ਹੈ ਜੇ ਉਹਨਾਂ ਨੇ ਇੱਦਾਂ ਦੀ ਗਲਤੀ ਕਰੀਏ। ਸੋ ਬਿਲਕੁਲ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ। ਹਲਕਾ ਵਿਧਾਇਕ ਵੀ ਕਹਿ ਰਹੇ ਨੇ ਕਿ ਜਿਹੜੀ ਵੀ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ ਉਹ ਗਲਤ ਹੈ, ਉਹਨਾਂ ਦਾ ਵਿਰੋਧ ਕਰਦੇ ਆ ਇਹ, ਭਾਵੇਂ ਕੋਈ ਵੀ ਪਾਰਟੀ ਹੋਵੇ। ਤੇ ਹੁਣ ਦੇਖਣਾ ਹੋਵੇਗਾ ਕਿਸਾਨਾਂ ਦਾ ਇਹ ਪ੍ਰਦਰਸ਼ਨ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ। ਕੇਂਦਰ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕਦੀ ਹੈ ਜਾਂ ਫਿਰ ਆਪਣੀ ਮਨਮਰਜ਼ੀ ਕਰਕੇ ਇਹ ਬਿੱਲ ਲਾਗੂ ਕੀਤੇ ਜਾਂਦੇ ਨੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।